परम सन्मानियो गुरुरू गुरु खालसा साध संगत जी। वाहिगुरु जी का खालसा वाहिगुरु जी की फतेह। भगत जयदेव जी राज दरबार विच रहिंदियां वैरागी हो गए सन। ਉਹ ਪੰਛੀਆਂ ਦੀ ਤਰ੍ਹਾਂ ਖੁੱਲ੍ਹੇ ਅਸਮਾਨ ਵਿੱਚ ਉੱਡਣਾ ਚਾਹੁੰਦੇ ਸਨ। ਰਾਜੇ ਦੇ ਦਰਬਾਰ ਵਿੱਚ ਕੈਦੀਆਂ ਵਾਂਗ ਰਹਿਣਾ ਉਹਨਾਂ ਨੂੰ ਚੰਗਾ ਨਾ ਲੱਗਾ। ਇੱਕ ਦਿਨ ਚੁੱਪਚਾਪ ਹੀ ਸ਼ਹਿਰੋਂ ਬਾਹਰ ਚਲੇ ਗਏ। ਐਸੇ ਗਏ ਕਿ ਮੁੜ ਕੇ ਨਾ ਆਏ। ਕਿੱਧਰ ਜਾਣਾ ਸੀ ਇਹ ਕੋਈ ਪਤਾ ਨਹੀਂ ਸੀ, ਇਸ ਲਈ ਉਹ ਤੁਰੇ ਗਏ। ਰਾਤ ਵੀ ਦਿਨ ਵੀ ਉਹਨਾਂ ਦੇ ਹਿਰਦੇ ਉੱਤੇ ਸ਼੍ਰੀ ਕ੍ਰਿਸ਼ਨ ਜੀ ਅਤੇ ਰਾਧਾ ਦਾ ਚਿੱਤਰ ਉਤਰ ਚੁੱਕਿਆ ਸੀ। ਜੀਵ ਉੱਤੇ ਸਦਾ ਹੀ ਉਹਨਾਂ ਦਾ ਨਾਮ ਸੀ। ਪੰਛੀ, ਪਸ਼ੂ ਤੇ ਪੁਰਸ਼ ਸਾਰੀ ਬਨਸਪਤੀ ਸ਼੍ਰੀ ਰਾਧਾ ਕ੍ਰਿਸ਼ਨ ਉਸਤਤ ਵਿੱਚ ਹੀ ਰੁੱਝੀ ਪ੍ਰਤੀਤ ਹੁੰਦੀ ਸੀ। ਜੈਦੇਵ ਜੀ ਦੀ ਆਤਮਾ ਨੇ ਆਵਾਜ਼ ਦਿੱਤੀ, ਚੱਲ ਜਗਨਨਾਥਪੁਰੀ ਚਲੀਏ। ਉੱਥੇ ਤੇਰੀ ਉਡੀਕ ਹੈ, ਉੱਥੇ ਅਸਮਾਨ ਹੈ। ਰਾਤ ਨੂੰ ਨਿਰਮਲ ਆਕਾਸ਼ ਦੇ ਹੇਠਾਂ ਹੱਸਦੇ ਤਾਰਿਆਂ ਨੂੰ ਵੇਖ ਕੇ ਕੁਦਰਤ ਦੇ ਗੁਣ ਗਾਉਣ ਲੱਗ ਪਏ। ਇੱਕ ਦਿਨ ਉਹ ਗੀਤ ਗਾਉਂਦੇ ਹੋਏ ਗਰਮੀ ਵਿੱਚ ਤੁਰੇ ਗਏ। ਬੜਾ ਔਖਾ ਰਾਹ ਸੀ ਤੇ ਆਸੇ-ਪਾਸੇ ਕਿਧਰੇ ਵੀ ਪਾਣੀ ਨਹੀਂ ਸੀ। ਪਿਆਸ ਲੱਗੀ, ਕੋਈ ਪਰਵਾਹ ਨਾ ਕੀਤੀ। ਪਹਾੜੀ ਰਸਤਾ ਸੀ, ਉਹ ਤੁਰੇ ਹੀ ਗਏ। ਪਰਬਤਾਂ ਦੀ ਚੜ੍ਹਾਈ ਤੇ ਗਰਮੀ ਨੇ ਉਹਨਾਂ ਨੂੰ ਬੌਂਦਲ ਕਰ ਦਿੱਤਾ। ਉਹ ਗਸ਼ ਖਾ ਕੇ ਧਰਤੀ ਉੱਤੇ ਡਿੱਗ ਪਏ। ਜਿਸ ਤਰ੍ਹਾਂ ਹੀ ਉਹ ਧਰਤੀ ਉੱਤੇ ਡਿੱਗੇ, ਉਸੇ ਸਮੇਂ ਭਗਵਾਨ ਜੀ ਪੁੱਜ ਗਏ। ਸ਼੍ਰੀ ਕ੍ਰਿਸ਼ਨ ਮੁਰਾਰੀ, ਘੱਟ ਘੱਟ ਦੀ ਜਾਣਨ ਵਾਲੇ ਸਰਵ ਵਿਆਪੀ ਗੋਪਾਲ ਤੇ ਦਇਆਲ ਉਸ ਵੇਲੇ ਭਗਤ ਦੇ ਕੋਲ ਆ ਗਏ। ਭਗਵਾਨ ਨੇ ਬਾਲਕ ਦਾ ਰੂਪ ਧਾਰ ਕੇ ਦੁੱਧ ਦੀ ਗੜਵੀ ਧਿਆਈ। ਬੇਸੁਰਤ ਪਏ ਭਗਤ ਜੈਦੇਵ ਜੀ ਦੇ ਮੂੰਹ ਵਿੱਚ ਦੁੱਧ ਪਿਆ ਤਾਂ ਉਹਨਾਂ ਨੂੰ ਹੋਸ਼ ਆਈ। ਰਹਿੰਦਾ ਦੁੱਧ ਗੜਵੀ ਨੂੰ ਡੀਕ ਲਾ ਕੇ ਪੀ ਲਿਆ। ਮੌਤ ਤੋਂ ਬਚਾਉਣ ਵਾਲੇ ਬਾਲਕ ਵੱਲ ਵੇਖਿਆ। ਉਹ 8-10 ਸਾਲਾਂ ਦਾ ਗਵਾਲਿਆਂ ਦਾ ਬਾਲਕ ਪ੍ਰਤੀਤ ਹੁੰਦਾ ਸੀ। ਉਹਦੇ ਲੀੜੇ ਤਾਂ ਪਾਟੇ ਪੁਰਾਣੇ ਸਨ, ਪਰ ਮੁਖੜਾ ਚੰਦ ਵਰਗਾ ਸੀ। ਭਗਤ ਜੈਦੇਵ ਜੀ ਨੂੰ ਜਦੋਂ ਚੰਗੀ ਤਰ੍ਹਾਂ ਹੋਸ਼ ਆ ਗਈ ਤਾਂ ਉਹਨਾਂ ਨੇ ਬਾਲਕ ਨੂੰ ਪੁੱਛਿਆ, ਕਾਕਾ ਤੂੰ ਕਿਸ ਦਾ ਪੁੱਤਰ ਹੈ, ਕਿੱਥੋਂ ਆਇਆ ਹੈ? ਉਸਨੇ ਕਿਹਾ, ਜੀ ਉੱਧਰ ਦੇਖੋ ਨਾ, ਉਹ ਝੁੱਗੀਆਂ ਦਿਸਦੀਆਂ ਹਨ, ਉੱਥੋਂ ਦਾ ਰਹਿਣ ਵਾਲਾ ਹਾਂ। ਬਾਲਕ ਨੇ ਉੱਤਰ ਦਿੱਤਾ ਤੇ ਨਾਲ ਹੀ ਉਂਗਲ ਨਾਲ ਇਸ਼ਾਰਾ ਕੀਤਾ। ਭਗਤ ਜੈਦੇਵ ਜੀ ਉੱਧਰ ਦੇਖਣ ਲੱਗ ਪਏ। ਉਹਨਾਂ ਨੂੰ ਕੋਈ ਝੁੱਗੀ ਨਾ ਦਿਸੀ। ਉਹ ਮੁੜ ਕੇ ਬਾਲਕ ਨੂੰ ਪੁੱਛਣ ਹੀ ਲੱਗੇ ਸੀ ਕਿ ਕਿਹੜੀਆਂ ਝੁੱਗੀਆਂ ਵੱਲ ਇਸ਼ਾਰਾ ਕਰ ਰਿਹਾ ਹੈ। ਉਹਨਾਂ ਨੂੰ ਬਾਲਕ ਨਜ਼ਰ ਨਾ ਆਇਆ। ਉਹ ਅਲੋਪ ਹੋ ਗਿਆ। ਭਗਵਾਨ ਜੀ ਆਪ ਆਏ ਸਨ। ਆਪਣੇ ਸਿੱਧਕੀ ਭਗਤ ਨੂੰ ਦੁੱਧ ਪਿਲਾ ਕੇ ਤੁਰ ਗਏ। ਉਹ ਦੁਖੀਆਂ ਤੇ ਪ੍ਰੇਮੀਆਂ ਦਾ ਆਸਰਾ ਹਨ। ਜੈਦੇਵ ਜੀ ਕੁਰਲਾ ਉੱਠੇ, ਓ ਪ੍ਰਭੂ, ਹੇ ਗੋਕਲ ਰਤਨ ਦਿਆਲੂ, ਆਏ ਤੇ ਦਰਸ਼ਨ ਦੇ ਕੇ ਚਲੇ ਗਏ। ਉਧਰ ਝੁੱਗੀਆਂ ਦਾ ਇਸ਼ਾਰਾ ਕਰਕੇ ਇਧਰੋਂ ਤੁਰ ਗਏ। ਵਾਹ ਮੇਰੇ ਚੋਜੀ ਪ੍ਰੀਤਮਾ, ਮੋਹਨ ਮੁਰਲੀ ਮਨੋਹਰ, ਕੀ ਗੁਣ ਗਾਵਾਂ ਤੇਰੇ। ਪ੍ਰਭੂ ਜੀ, ਸ਼੍ਰੀ ਕ੍ਰਿਸ਼ਨ ਜੀ ਨੂੰ ਯਾਦ ਕਰਦਿਆਂ ਹੋਇਆਂ ਭਗਤ ਜੀ ਅੱਗੇ ਤੁਰਨ ਦੀ ਥਾਂ ਉੱਥੇ ਹੀ ਬੈਠ ਕੇ ਭਗਵਾਨ ਜਸ ਵਿੱਚ ਗੀਤ ਗਾਉਣ ਲੱਗ ਪਏ। ਪੰਛੀ ਤੇ ਕੁਦਰਤ ਉਹਨਾਂ ਦੇ ਪ੍ਰੇਮਮਈ ਗੀਤ ਸੁਣਨ ਲੱਗੇ। ਭਗਤ ਜੈਦੇਵ ਜੀ ਪੁਰੀ ਪਹੁੰਚ ਗਏ। ਉਹਨਾਂ ਨੇ ਕਿਸੇ ਮੰਦਰ ਵਿੱਚ ਡੇਰੇ ਨਾ ਲਾਏ, ਸਗੋਂ ਬਾਹਰ ਸੜਕ ਉੱਤੇ ਬੈਠ ਕੇ ਪ੍ਰਭੂ ਦੇ ਗੀਤ ਭਜਨ ਗਾਉਣ ਲੱਗੇ। ਉਹਨਾਂ ਦਾ ਗਲਾ ਬਹੁਤ ਰਸੀਲਾ ਸੀ। ਜਿਹੜਾ ਵੀ ਉਹਨਾਂ ਦੇ ਭਜਨ ਸੁਣਦਾ ਉਹ ਹੀ ਕੀਲਿਆ ਜਾਂਦਾ ਸੀ। ਪ੍ਰਭੂ ਦੀ ਐਸੀ ਕਿਰਪਾ ਹੋਈ ਕਿ ਉਹਨਾਂ ਨੂੰ ਹਰ ਰੋਜ਼ ਦੋਵੇਂ ਵੇਲੇ ਕੋਈ ਨਾ ਕੋਈ ਭੋਜਨ ਛਕਾ ਜਾਂਦਾ। ਮਾਈਆਂ ਦੁੱਧ ਤੇ ਫਲ ਚੜ੍ਹਾ ਜਾਂਦੀਆਂ ਤੇ ਉਹਨਾਂ ਦੀ ਸ਼ਰਧਾ ਵੱਧਦੀ ਗਈ। ਇਸੇ ਤਰ੍ਹਾਂ ਉਹਨਾਂ ਦੇ ਇੱਕ ਪ੍ਰੇਮੀ ਦੀ ਜਵਾਨ ਲੜਕੀ ਪਦਮਾਵਤੀ ਨਾਲ ਉਹਨਾਂ ਦੀ ਸ਼ਾਦੀ ਹੋ ਗਈ। ਭਗਤ ਜੈਦੇਵ ਜੀ ਭਗਵਾਨ ਦੀ ਲੀਲਾ ਤੇ ਹੈਰਾਨ ਸਨ। ਪਹਿਲੋਂ ਘਰੋਂ ਤੋਰਿਆ ਤੀਰਥ ਵੱਲ ਤੇ ਮੁੜ ਤੀਰਥ ਉੱਤੇ ਗ੍ਰਸਤੀ ਬਣਾ ਦਿੱਤਾ। ਸੁੰਦਰ ਪਦਮਾਵਤੀ ਬਖਸ਼ ਦਿੱਤੀ। ਜਿਸ ਬ੍ਰਾਹਮਣ ਕੰਨਿਆ ਨੂੰ ਦੇਵਤੇ, ਪੁਜਾਰੀ ਤੇ ਅਮੀਰ ਵਿਆਹੁਣ ਦੀ ਇੱਛਾ ਰੱਖਦੇ ਸਨ, ਉਹ ਜੈਦੇਵ ਜੀ ਨੂੰ ਬਿਨਾਂ ਦਮਾ ਖਰਚ ਕਰਨ ਦੇ ਦਾਨ ਹੋ ਗਈ ਤੇ ਉਹਨਾਂ ਦੇ ਪ੍ਰੇਮੀ ਪ੍ਰਸੰਨ ਹੋ ਗਏ। ਉਹ ਭਗਤ ਜੀ ਨੂੰ ਘਰ ਲੈ ਗਏ ਤੇ ਕੁਝ ਦਿਨਾਂ ਪਿੱਛੋਂ
ਭਗਤ ਜੀ ਦੇ ਮਨ ਆਈ ਕਿ ਉਹ ਆਪਣੇ ਨਗਰ ਜਾ ਵਸਣ। ਭਗਤ ਜੀ ਚੱਲ ਪਏ। ਮੰਜ਼ਲੋਂ ਮੰਜ਼ਲੀ ਆਪਣੇ ਪਿੰਡ ਪਹੁੰਚੇ। ਉਹਨਾਂ ਦੇ ਪਿੰਡ ਜਾਣ 'ਤੇ ਜਦੋਂ ਪਿੰਡ ਵਾਸੀਆਂ ਨੂੰ ਦਰਸ਼ਨ ਹੋਏ ਤੇ ਉਹ ਬਹੁਤ ਪ੍ਰਸੰਨ ਹੋਏ। ਹੈਰਾਨੀ ਇਸ ਗੱਲ ਦੀ ਹੋਈ ਕਿ ਪਦਮਾਵਤੀ ਮਿਲ ਗਈ। ਭਗਤ ਜੀ ਦਾ ਘਰ ਨਿਰੰਜਨ ਕੋਲ ਸੀ। ਉਸਨੇ ਉਸ ਵੇਲੇ ਕਿਹਾ ਕਿ ਮੈਂ ਖਾਲੀ ਕਰ ਦਿੰਦਾ ਹਾਂ, ਤੁਸੀਂ ਰਹੋ, ਮੈਂ ਝੁੱਗੀ ਪਾ ਕੇ ਵਸਾਂਗਾ, ਤੁਸੀਂ ਤਾਂ ਬ੍ਰਹਮ ਰੂਪ ਹੋ। ਭਗਤ ਜੀ ਨੇ ਕਿਹਾ, ਨਹੀਂ ਪੰਡਿਤ ਜੀ, ਐਡੇ ਵੱਡੇ ਮਕਾਨ ਵਿੱਚ ਮੈਂ ਇਕੱਲਾ ਰਹਾਂਗਾ। ਇੱਕ ਪਾਸੇ ਤੁਸੀਂ ਰਹੋ ਤੇ ਇੱਕ ਪਾਸੇ ਮੈਂ ਰਹਿੰਦਾ ਹਾਂ, ਇਸ ਤਰ੍ਹਾਂ ਰੌਣਕ ਵੀ ਬਣੀ ਰਹੇਗੀ। ਨਿਰੰਜਨ ਬ੍ਰਾਹਮਣ ਪਹਿਲਾ ਨਿਰੰਜਨ ਨਹੀਂ ਸੀ। ਉਸ ਦਾ ਮਨ ਸਾਫ਼ ਹੋ ਚੁੱਕਿਆ ਸੀ। ਚੋਰੀ, ਧੋਖਾ, ਫਰੇਬ ਛੱਡ ਕੇ ਭਗਵਾਨ ਦਾ ਭਜਨ ਕਰਦਾ ਸੀ ਤੇ ਕਿਸੇ ਨੂੰ ਮੰਦਾ ਨਹੀਂ ਸੀ ਬੋਲਦਾ। ਭਗਤ ਜੀ ਹਰ ਸਮੇਂ ਗੀਤ ਗੋਬਿੰਦ ਦੇ ਗਾਉਂਦੇ ਰਹਿੰਦੇ ਸਨ। ਭਗਤ ਜੈਦੇਵ ਜੀ ਸੰਸਕ੍ਰਿਤ ਪੜ੍ਹੇ ਸਨ। ਵੇਦ ਮੰਤਰ ਤੇ ਉਪਨਿਸ਼ਦਾਂ ਦੇ ਮੰਤਰ, ਮਹਾਭਾਰਤ ਤੇ ਵਾਲਮੀਕੀ ਦੀ ਰਮਾਇਣ ਦੇ ਸ਼ਲੋਕ ਇੰਨੇ ਯਾਦ ਸਨ ਕਿ ਭਾਵੇਂ ਮਹੀਨਾ ਗਾਉਂਦੇ ਰਹਿੰਦੇ, ਮੁੱਕਦੇ ਨਹੀਂ ਸਨ। ਪਰ ਉਹਨਾਂ ਨੇ ਆਪ ਸੰਸਕ੍ਰਿਤ ਵਿੱਚ ਗੀਤ ਰਚੇ ਜੋ ਸੰਸਕ੍ਰਿਤ ਸਾਹਿਤ ਦੀ ਮਹਾਨ ਰਚਨਾ ਹੈ। ਭਗਤ ਜੈਦੇਵ ਜੀ ਦਾ ਗ੍ਰੰਥ ਗੀਤ ਗੋਬਿੰਦ ਕ੍ਰਿਸ਼ਨ ਭਗਤੀ ਦਾ ਮਹਾਨ ਗ੍ਰੰਥ ਹੈ ਤੇ ਇਸ ਦੀ ਰਚਨਾ ਇੱਕ ਮਹੀਨਾ ਜਾਂ ਸਾਲ ਵਿੱਚ ਨਹੀਂ ਹੋਈ, ਸਗੋਂ ਕਈਆਂ ਸਾਲਾਂ ਵਿੱਚ ਹੋਈ ਹੈ ਤੇ ਆਪਣੇ ਨਗਰ ਵਿੱਚ ਬਿਰਾਜ ਕੇ ਗੀਤ ਗੋਬਿੰਦ ਦੀ ਰਚਨਾ ਕਰਦੇ ਰਹੇ। ਪਰ ਰਚਨਾ ਕਰਨ ਦਾ ਆਰੰਭ ਜਗਨਨਾਥਪੁਰੀ ਹੀ ਹੋਇਆ ਸੀ। ਉਸ ਬਾਰੇ ਆਖਿਆ ਜਾਂਦਾ ਹੈ ਕਿ ਇੱਕ ਦਿਨ ਭਗਤ ਜੀ ਦਾ ਭਗਵਾਨ ਕ੍ਰਿਸ਼ਨ ਜੀ ਦੀ ਯਾਦ ਵਿੱਚ ਮਨ ਲੱਗਾ ਹੋਇਆ ਸੀ। ਮਨ ਤਾਂ ਬ੍ਰਿੰਦਾਬਨ ਦੀਆਂ ਕੁੰਜ ਗਲੀਆਂ ਵਿੱਚ ਫਿਰਦਾ ਸੀ। ਕੁਦਰਤੀ ਉਹਨਾਂ ਦੀਆਂ ਅੱਖਾਂ ਦੇ ਅੱਗੇ ਝਾਂਕੀ ਆਈ, ਅਨੋਖੀ ਝਾਂਕੀ ਜਿਸ ਨੂੰ ਭਗਤ ਜੀ ਕਦੇ ਨਾ ਭੁੱਲੇ। ਭਗਤ ਜੀ ਨਦੀ ਕਿਨਾਰੇ ਇੱਕ ਵੱਡੇ ਦਰਖਤ ਨਾਲ ਲੱਗ ਕੇ ਖਲੋਤੇ ਸਨ। ਉਹਨਾਂ ਦੀ ਅੱਖਾਂ ਦੇ ਸਾਹਮਣੇ ਸ਼੍ਰੀ ਕ੍ਰਿਸ਼ਨ ਜੀ ਦੂਰ ਖਲੋਤੇ ਬੰਸਰੀ ਵਜਾ ਰਹੇ ਸਨ। ਦੂਰੋਂ ਰਾਧਾ ਆਪਣੀਆਂ ਸਖੀਆਂ ਨਾਲ ਨੱਚਦੀ ਹੋਈ ਆਈ। ਉਹ ਗੀਤ ਗਾਉਂਦੀ ਤੇ ਨੱਚਦੀ ਨੱਚਦੀ ਸ਼੍ਰੀ ਕ੍ਰਿਸ਼ਨ ਜੀ ਨੂੰ ਮਿਲੀ ਤਾਂ ਉਸ ਕੌਤਕ ਨੂੰ ਦੇਖਦੇ ਸਾਰ ਭਗਤ ਜੈਦੇਵ ਜੀ ਦੀ ਜ਼ੁਬਾਨੋਂ ਇੱਕ ਸ਼ਲੋਕ ਸੁਤੇ ਸਿੱਧ ਨਿਕਲ ਗਿਆ। ਉਹ ਸ਼ਲੋਕ ਗੀਤ ਗੋਬਿੰਦ ਦਾ ਆਰੰਭਕ ਚਰਨ ਬਣਿਆ ਤੇ ਰਚਨਾ ਸ਼ੁਰੂ ਹੋਈ। ਭਗਤ ਜੈਦੇਵ ਜੀ ਦਾ ਕੀਰਤਨ ਸੁਣਨ ਤੇ ਦਰਸ਼ਨ ਕਰਨ ਆਏ ਲੋਕ ਹਰ ਰੋਜ਼ ਕੁਝ ਨਾ ਕੁਝ ਭੇਟਾ ਕਰ ਜਾਂਦੇ ਸਨ। ਉਸ ਨਾਲ ਭਗਤ ਜੀ ਦੇ ਘਰ ਦਾ ਗੁਜ਼ਾਰਾ ਤੁਰੀ ਜਾਂਦਾ ਸੀ। ਅੰਨ ਦੀ ਬੇਫਿਕਰੀ ਸੀ। ਆਪ ਜੀ ਦੀ ਧਰਮ ਪਤਨੀ ਪਦਮਾਵਤੀ ਬਹੁਤ ਨੇਕ ਤੇ ਮਿਹਨਤੀ ਸੁਭਾਅ ਦੀ ਸੀ। ਉਹ ਪਤੀ ਸੇਵਾ ਕਰਦੀ ਹੋਈ ਉਸੇ ਵਿੱਚ ਹੀ ਸੁੱਖ ਸੰਤੋਖ ਨਾਲ ਰਹਿੰਦੀ ਸੀ। ਜੋ ਕੁਝ ਉਸ ਨੂੰ ਖਾਣ ਪੀਣ ਲਈ ਮਿਲ ਜਾਂਦਾ। ਭਗਤ ਜੈਦੇਵ ਜੀ ਸਵੇਰੇ ਹੀ ਬਾਹਰ ਚਲੇ ਜਾਂਦੇ ਸਨ। ਉਹਨਾਂ ਦੇ ਨਗਰ ਦੇ ਕੋਲ ਹੀ ਨਿਰਮਲ ਜਲ ਦੀ ਨਦੀ ਵਗਦੀ ਸੀ। ਉਸ ਦੇ ਕਿਨਾਰੇ ਵੱਡੇ ਉੱਚੇ ਦਰਖਤ ਸਨ। ਉਹਨਾਂ ਹੇਠਾਂ ਬੈਠ ਕੇ ਭਗਤ ਜੈਦੇਵ ਜੀ ਗੀਤ ਗੋਬਿੰਦ ਉਚਾਰਦੇ ਰਹਿੰਦੇ। ਭੋਜਨ ਦੇ ਸਮੇਂ ਪਦਮਾਵਤੀ ਭੋਜਨ ਲੈ ਜਾਂਦੀ ਤੇ ਖਵਾ ਕੇ ਆਪਣੇ ਘਰ ਨੂੰ ਆ ਜਾਂਦੀ। ਇੱਕ ਦਿਨ ਪਦਮਾਵਤੀ ਭੋਜਨ ਲੈ ਕੇ ਗਈ। ਆਪ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੀ ਉਸਤਤ ਵਿੱਚ ਗੀਤ ਉਚਾਰ ਰਹੇ ਸਨ ਤਾਂ ਇੱਕ ਛੰਦ ਦੀ ਰਚਨਾ ਕੀਤੀ। 3 ਚਰਨ ਉਹਨਾਂ ਨੇ ਲਿਖ ਲਏ ਪਰ ਚੌਥਾ ਚਰਨ ਨਾ ਔੜਿਆ। ਉਧਰੋਂ ਪਦਮਾਵਤੀ ਨੇ ਆ ਕੇ ਆਖਿਆ, ਸਵਾਮੀ ਜੀ ਭੋਜਨ ਛਕਣ ਵਾਸਤੇ ਇਸ਼ਨਾਨ ਕਰ ਆਓ। ਭਗਤ ਜੈਦੇਵ ਜੀ ਨੇ ਕਿਹਾ, ਪਦਮੋ, ਛੰਦ ਦੀ ਰਚਨਾ ਕੀਤੀ ਹੈ ਪਰ ਚੌਥਾ ਚਰਨ ਪੂਰਾ ਨਹੀਂ ਹੋ ਰਿਹਾ, ਉਸ ਨੂੰ ਪੂਰਾ ਕਰਕੇ ਹੀ ਛਕਦਾ ਹਾਂ। ਪਦਮਾਵਤੀ ਨੇ ਆਖਿਆ, ਹੇ ਸਵਾਮੀ ਜੀ, ਆਪ ਇਸ਼ਨਾਨ ਕਰੋ, ਭੋਜਨ ਛਕੋ, ਮੁੜ ਬਿਰਤੀ ਲਾ ਕੇ ਬੈਠੋਗੇ ਤਾਂ ਜ਼ਰੂਰ ਚਰਨ ਪੂਰਾ ਹੋ ਜਾਏਗਾ। ਭਗਵਾਨ ਦੀ ਕੁਝ ਐਸੀ ਇੱਛਾ ਹੋਏਗੀ ਜਿਸ ਕਰਕੇ ਨਹੀਂ ਔੜਦਾ। ਭਗਤ ਜੈਦੇਵ ਜੀ ਨੇ ਕਿਹਾ, ਅੱਛਾ ਪਦਮੇ, ਤੁਸਾਂ ਦਾ ਬਚਨ ਮੰਨ ਲੈਂਦੇ ਹਾਂ। ਮੇਰੇ ਭਗਵਾਨ ਦੀ ਸ਼ਾਇਦ ਐਸੀ ਹੀ ਇੱਛਾ ਹੋਵੇ। ਉਹ ਆਸਨ ਤੋਂ ਉੱਠ ਬੈਠੇ ਤੇ ਨਦੀ ਵੱਲ ਚਲੇ ਗਏ। ਪਰ ਉਦੋਂ ਪਦਮਾਵਤੀ ਬੜੀ ਹੈਰਾਨ ਹੋਈ ਜਦੋਂ ਉਹ ਰਾਹ ਵਿੱਚੋਂ ਫਿਰ ਮੁੜ ਆਏ ਤੇ ਆਖਦੇ ਹਨ, ਪਦਮੋ, ਲਿਆ ਗੀਤ ਗੋਬਿੰਦ, ਚਰਨ ਪੂਰਾ ਕਰੀਏ। ਗ੍ਰੰਥ ਫੜਾਉਂਦਿਆਂ ਹੋਇਆਂ ਪਦਮਾਵਤੀ ਨੇ ਕਿਹਾ, ਤੁਸੀਂ ਰਾਹ ਵਿੱਚੋਂ ਮੁੜ ਆਏ। ਬਿਨਾਂ ਉੱਤਰ ਦਿੱਤੇ ਚਰਨ ਲਿਖਣ ਲੱਗ ਪਏ
ਤੇ ਪੂਰਾ ਕਰ ਦਿੱਤਾ ਗਿਆ। ਜਦੋਂ ਚਰਨ ਪੂਰਾ ਹੋ ਗਿਆ, ਉਹਨਾਂ ਨੇ ਪਦਮਾ ਵੱਲ ਵੇਖ ਕੇ ਆਖਿਆ, ਹੇ ਪਦਮੇ, ਲਿਆ ਭੋਜਨ ਵੀ ਕਰ ਲਈਏ, ਮੁੜ ਇਸ਼ਨਾਨ ਕਰ ਲਵਾਂਗੇ। ਅੱਜ ਕੁਝ ਐਸੀ ਇੱਛਾ ਹੈ। ਪਦਮਾਵਤੀ ਨੇ ਪੱਤਲ ਤੇ ਭੋਜਨ ਪਰੋਸ ਦਿੱਤਾ। ਭਗਤ ਜੈਦੇਵ ਜੀ ਨੇ ਬੜੇ ਪ੍ਰੇਮ ਨਾਲ ਭੋਜਨ ਛਕਿਆ। ਹੱਥ ਧੋ ਕੇ ਰਤਾ ਪਰੇ ਹੋਏ ਤੇ ਪਦਮਾਵਤੀ ਉਹਨਾਂ ਜੂਠੇ ਪੱਤਲਾਂ ਤੇ ਆਪ ਭੋਜਨ ਕਰਨ ਲੱਗੀ। ਉਹ ਪਤੀ ਦੇ ਜੂਠੇ ਪੱਤਲ ਤੇ ਭੋਜਨ ਕਰਦੀ ਸੀ ਤੇ ਉਹ ਵੀ ਪਿੱਛੋਂ ਅਜੇ ਬੁਰਕੀ ਨਹੀਂ ਸੀ ਪਾਈ ਕਿ ਭਗਤ ਜੈਦੇਵ ਜੀ ਆਏ ਤੇ ਦੇਖ ਕੇ ਆਖਣ ਲੱਗੇ, ਹੇ ਪਦਮੋ, ਕੀ ਗੱਲ, ਅੱਜ ਭੋਜਨ ਪਹਿਲਾਂ ਹੀ ਛਕ ਲਿਆ? ਮੈਨੂੰ ਉਡੀਕਿਆ ਨਹੀਂ, ਮੈਂ ਇਸ਼ਨਾਨ ਕਰਕੇ ਆ ਰਿਹਾ ਹਾਂ। ਅੱਜ ਕੁਝ ਦੇਰ ਲੱਗ ਗਈ ਹੈ। ਭਗਵਾਨ ਦੀ ਐਸੀ ਇੱਛਾ ਹੈ। ਪਦਮਾਵਤੀ ਨੇ ਬੁਰਕੀ ਅਜੇ ਬੁੱਲ੍ਹਾਂ ਨੂੰ ਨਹੀਂ ਸੀ ਲਾਈ। ਉਸ ਦੇ ਹੱਥੋਂ ਬੁਰਕੀ ਡਿੱਗ ਪਈ ਤੇ ਹੈਰਾਨੀ ਨਾਲ ਦੇਖਦੀ ਹੋਈ ਕੰਬਦੇ ਬੁੱਲ੍ਹਾਂ ਨਾਲ ਬੋਲੀ, ਜੇ ਆਪ ਹੁਣ ਨਹੀਂ ਆਏ ਤਾਂ ਆਪ ਦਾ ਸਰੂਪ ਧਾਰਨ ਕਰਕੇ ਕੌਣ ਆਇਆ ਸੀ? ਆਪ ਦੇ ਛੰਦ ਦਾ ਚੌਥਾ ਚਰਨ ਪੂਰਾ ਹੋ ਗਿਆ ਹੈ। ਭੋਜਨ ਛਕਿਆ ਕਿਤੇ ਸੀਤਾ ਵਾਂਗ ਮੇਰੇ ਨਾਲ ਕੋਈ ਧੋਖਾ ਤਾਂ ਨਹੀਂ ਸੀ ਹੋਣ ਲੱਗਾ। ਇਸ ਦੇ ਪਿੱਛੋਂ ਪਦਮਾਵਤੀ ਨੇ ਸਾਰੀ ਵਾਰਤਾ ਸੁਣਾਈ। ਭਗਤ ਜੀ ਨੇ ਗ੍ਰੰਥ ਦਾ ਲਿਖਿਆ ਹਿੱਸਾ ਲੈ ਕੇ ਚੁੱਕਿਆ। ਜਦ ਵੇਖਿਆ ਤਾਂ ਇਹ ਛੰਦ ਮੁਕੰਮਲ ਹੋ ਚੁੱਕਿਆ ਸੀ। ਸਥਲ ਕਮਲ ਗੰਜਨੰ ਮਮ ਹਿਰਦੈ ਰੰਜਨੰ ਜਨ ਤਰਤ ਰੰਗ ਪਰ ਭਾਗਮੂ ਭਣ ਸਿਮਰਨ ਵਾਣ ਕਰਵਾਣ ਚਰਨ ਦਵਿਆ ਸਰਸ ਲਸ ਦਲਕਤ ਕਰਾਗਮੂ ਸਮਰ ਗਰਲ ਖੰਡਨੰ ਸਮ ਸ਼ਿਰਸ ਖੰਡਨੰ ਦੇ ਮੋਹ ਪਟ ਪਦਵ ਮੁਰਾਟਮੂ। ਸਾਰੀ ਵਾਰਤਾ ਸੁਣ ਕੇ ਤੇ ਛੰਦ ਪੂਰਾ ਹੋਇਆ ਦੇਖ ਕੇ ਭਗਤ ਜੀ ਜਾਣ ਗਏ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਹਨਾਂ ਦੀ ਸਹਾਇਤਾ ਕੀਤੀ ਹੈ ਤੇ ਪਦਮਾ ਪਾਸੋਂ ਭੋਜਨ ਛਕਿਆ ਹੈ। ਉਹਨਾਂ ਨੇ ਭਗਵਾਨ ਦਾ ਸੀਤ ਪ੍ਰਸਾਦ ਛਕ ਲਿਆ ਤੇ ਉਹਨਾਂ ਦੇ ਕਪਾਟ ਖੁੱਲ੍ਹ ਗਏ। ਪ੍ਰਸੰਨ ਹੋ ਕੇ ਫਿਰ ਘਰ ਨੂੰ ਵਾਪਸ ਆ ਗਏ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨ ਦੇਣ ਤੇ ਛੇਤੀ ਹੀ ਗੀਤ ਗੋਬਿੰਦ ਦਾ ਗ੍ਰੰਥ ਸੰਪੂਰਨ ਹੋ ਗਿਆ। ਜਦੋਂ ਗ੍ਰੰਥ ਸੰਪੂਰਨ ਹੋਇਆ ਤਾਂ ਉਸ ਦੀ ਇੱਕ ਹੋਰ ਲਿਖਤ ਤਿਆਰ ਕੀਤੀ ਗਈ। ਸੁੰਦਰ ਕੱਪੜੇ ਵਿੱਚ ਬੰਨ੍ਹ ਕੇ ਉਹ ਪਦਮਾਵਤੀ ਸਮੇਤ ਪੂਰੀ ਦੇ ਮੰਦਰ ਵਿੱਚ ਪੁੱਜੇ ਤੇ ਇੱਕ ਗੀਤ ਉਹਨਾਂ ਨੇ ਗਾਇਆ। ਗੀਤ ਸਾਰੇ ਗਾਉਣ ਪਿੱਛੋਂ ਉਹ ਗ੍ਰੰਥ ਭਗਵਾਨ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ। ਉਹਨਾਂ ਦੇ ਗੀਤ ਲੋਕਾਂ ਨੂੰ ਇੰਨੇ ਚੰਗੇ ਲੱਗੇ ਕਿ ਹਰ ਕੋਈ ਚੇਤੇ ਕਰਕੇ ਗਾਉਣ ਲੱਗਾ ਤੇ ਭਗਤ ਜੈਦੇਵ ਜੀ ਦੇ ਨਾਮ ਦੀ ਬਹੁਤ ਹੀ ਚਰਚਾ ਹੋਈ। ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਜੈਦੇਵ ਜੀ ਦੀ ਬੰਦਾਂ ਵਾਲੀ ਬਾਣੀ ਉਚਾਰਨ ਕੀਤੀ ਹੈ, ਜੋ ਕਿ ਅੰਗ 526 ਉੱਪਰ ਸੁਸ਼ੋਭਿਤ ਹੈ। ਹੋਰ ਕਈ ਬੇਅੰਤ ਸ਼ਬਦਾਂ ਵਿੱਚ ਭਗਤ ਜੈਦੇਵ ਜੀ ਦਾ ਜ਼ਿਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬ ਨੇ ਕੀਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।